BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਇੰਡੀਆ ਨੇ ਕੈਨੇਡੀਅਨ ਸਿਟੀਜ਼ਨਸ ਦੇ ਵੀਜ਼ਾ ਅਣਮਿੱਥੇ ਸਮੇਂ ਲਈ ਕੀਤੇ ਸਸਪੈਂਡ। ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ। ਨਾਰਥ ਕੈਰੋਲੀਨਾ ਦੇ ਪਰਿਵਾਰ ਨੇ ਗੂਗਲ ਮੈਪ ਤੇ ਕੀਤਾ ਮੁਕੱਦਮਾ। ਗੂਗਲ ਮੈਪ ਨੂੰ ਫੋਲੋ ਕਰਦੇ ਵਿਅਕਤੀ ਦੀ ਹੋਈ ਸੀ ਮੌਤ। ओपन AI ਤੇ ਕਾਪੀਰਾਈਟ ਇਨਫ੍ਰਿੰਜਮੈਂਟ ਦਾ ਕੀਤਾ ਗਿਆ ਮੁਕੱਦਮਾ। ਮਸ਼ਹੂਰ ਲੇਖਕ ਜੌਨ ਗ੍ਰਿਸ਼ਮ, ਜਿਓਰਜ ਆਰ ਮਾਰਟਿਨ ਅਤੇ ਹੋਰ ਕਈ ਲੇਖਕ ਇਸ ਲਿਸਟ 'ਚ ਸ਼ਾਮਲ। ਟੈਕਸਾਸ ਵਿੱਚ 2 ਮਹੀਨੇ ਦੇ ਬੱਚੇ ਨੂੰ ਕਈ ਘੰਟਿਆਂ ਤੱਕ ਗਰਮ ਕਾਰ 'ਚ ਛੱਡਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਕੀਤਾ ਗਿਆ ਸਸਪੈਂਡ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਲੰਘੇ ਵੀਰਵਾਰ ਨੂੰ ਇੱਕ ਹੋਰ ਸਖਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕੈਨੇਡਾ ਅੱਤਵਾਦੀਆਂ ਦਾ ਪਨਾਹਗਾਹ ਨਹੀਂ ਬਣ ਸਕਦਾ। ਖਾਲਿਸਤਾਨੀ ਅੱਤਵਾਦੀਆਂ ਸੰਬੰਧੀ ਕਈ ਜਾਣਕਾਰੀਆਂ ਕੈਨੇਡਾ ਸਰਕਾਰ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ, ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੈਨੇਡਾ ਵਿੱਚ ਸਾਡੇ ਹਾਈ ਕਮਿਸ਼ਨ ਅਤੇ ਕੌਂਸਲੇਟ ਦੀ ਸੁਰੱਖਿਆ ਨੂੰ ਖਤਰਾ ਹੈ। ਇਹਨਾਂ ਧਮਕੀਆਂ ਕਾਰਨ ਉੱਥੇ ਆਮ ਕੰਮਕਾਜ ਠੱਪ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਸਾਡੇ ਹਾਈ ਕਮਿਸ਼ਨ ਅਤੇ ਕੌਂਸਲੇਟ ਅਸਥਾਈ ਤੌਰ ਤੇ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ। ਅਸੀਂ ਨਿਯਮਿਤ ਤੌਰ ਤੇ ਇਸ ਦੀ ਸਮੀਖਿਆ ਕਰਦੇ ਰਹਾਂਗੇ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਕੈਨੇਡੀਅਨ ਨਾਗਰਿਕ ਵੀਜ਼ਾ ਸੇਵਾ ਦਾ ਲਾਭ ਨਹੀਂ ਲੈ ਸਕਣਗੇ, ਯਾਨੀ ਉਹ ਭਾਰਤ ਨਹੀਂ ਆ ਸਕਣਗੇ। ਇਸ ਤੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਵੀਜ਼ਾ ਸੇਵਾਵਾਂ ਮੁਅੱਤਲ ਰਹਿਣਗੀਆਂ, ਜਿਸ ਕਰਕੇ ਕੈਨੇਡੀਅਨ ਸਿਟੀਜ਼ਨ ਫਿਲਹਾਲ ਭਾਰਤ ਨਹੀਂ ਆ ਸਕਣਗੇ, ਪਰ OCI ਕਾਰਡ ਹੋਲਡਰਸ ਅਜੇ ਵੀ ਭਾਰਤ ਜਾ ਸਕਦੇ ਹਨ। ਕੈਨੇਡਾ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਡਾ ਕੌਂਸਲੇਟ ਉੱਥੇ ਕੰਮ ਕਰ ਰਿਹਾ ਹੈ। ਅਸੀਂ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਕੌਂਸਲੇਟ ਨਾਲ ਸੰਪਰਕ ਕਰਨ। ਸਾਡੀ ਵੀਜ਼ਾ ਨੀਤੀ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ, ਕਿਉਂਕਿ ਉਹ ਭਾਰਤ ਦੇ ਨਾਗਰਿਕ ਹਨ। ਭਾਰਤ ਦੇ ਇਮੀਗ੍ਰੇਸ਼ਨ ਬਿਊਰੋ ਦੇ ਅਨੁਸਾਰ 2021 ਵਿੱਚ 80,000 ਕੈਨੇਡੀਅਨ ਸੈਲਾਨੀਆਂ ਨੇ ਭਾਰਤ ਦਾ ਦੌਰਾ ਕੀਤਾ, ਜਿਸ ਨਾਲ ਉਹ ਚੌਥਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਅਪਡੇਟ ਟਰੈਵਲ ਐਡਵਾਈਜ਼ਰੀ ਜਾਰੀ ਕਰਕੇ ਕੈਨੇਡਾ ਵਿੱਚ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਅਤੇ ਖਾਸ ਤੌਰ ਤੇ ਉੱਤਰੀ ਅਮਰੀਕੀ ਦੇਸ਼ ਵਿੱਚ ਪੜ ਰਹੇ ਲੋਕਾਂ ਨੂੰ ਵੱਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ ਤੇ ਨਫ਼ਰਤ ਅਪਰਾਧਾਂ ਨੂੰ ਮਾਫ ਕਰਨ ਵਾਲੇ ਕਾਰਨਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕੈਨੇਡਾ ਨੇ ਅਜੇ ਤੱਕ ਇਸ ਕਤਲੇਆਮ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਦਿੱਤਾ ਹੈ। ਭਾਰਤ ਦੀਆਂ ਸੁਰੱਖਿਆ ਅਤੇ ਖੂਫੀਆ ਸ਼ਾਖਾਵਾਂ ਲੰਬੇ ਸਮੇਂ ਤੋਂ ਦੱਖਣੀ ਏਸ਼ੀਆ ਵਿੱਚ ਸਰਗਰਮ ਹਨ ਅਤੇ ਪਾਕਿਸਤਾਨ ਵਿੱਚ ਕਈ ਹੱਤਿਆਵਾਂ ਵਿੱਚ ਸ਼ੱਕੀ ਹਨ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਲਗਭਗ 20 ਲੱਖ ਲੋਕਾਂ ਦੇ ਘਰ ਕੈਨੇਡਾ ਵਿੱਚ ਹਨ ਅਤੇ ਇਸ ਦੌਰਾਨ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦਾ ਹੋਣਾ ਕਿਤੇ ਨਾ ਕਿਤੇ ਲੋਕਾਂ ਵਿੱਚ ਸ਼ੱਕ ਅਤੇ ਰੋਸ ਪੈਦਾ ਕਰ ਰਿਹਾ ਹੈ। ਮਾਉਂਟੀਜ਼ ਦੇ ਅਨੁਸਾਰ BC ਦੇ ਹਾਈਵੇ 1 ਤੇ ਮੰਗਲਵਾਰ ਸਵੇਰੇ ਇੱਕ ਕਾਰ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਮ੍ਰਿਤਕ ਦੀ ਪਛਾਣ BC ਵਾਈਲਡਫਾਇਰ ਸਰਵਿਸ ਦੇ ਉਪ ਠੇਕੇਦਾਰਾਂ ਵਜੋਂ ਕੀਤੀ ਹੈ, ਜੋ ਪ੍ਰਿੰਸ ਜਾਰਜ ਫਾਇਰ ਸੈਂਟਰ ਵਿੱਚ ਵੈਂਡਰਹੋਫ ਨੇੜੇ ਅੱਗ ਬੁਝਾਉਣ ਦੇ ਯਤਨਾਂ ਵਿੱਚ ਸਹਾਇਤਾ ਕਰਨ ਤੋਂ ਬਾਅਦ ਘਰ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇਹ ਟੱਕਰ ਵਲੇਚਿਨ ਨੇੜੇ ਦੁਪਹਿਰ 2 ਵਜੇ ਦੇ ਕਰੀਬ ਹੋਈ, ਜੋ ਕਿ ਕੈਂਪਲੋਪਸ ਤੋਂ ਲਗਭਗ 70 ਕਿਲੋਮੀਟਰ ਪੱਛਮ ਵੱਲ ਹੈ। ਇਹ ਹਾਦਸਾ ਇੱਕ ਸੈਮੀ ਟਰੈਕਟਰ ਟ੍ਰੇਲਰ ਅਤੇ ਇੱਕ ਫੋਰਡ F350 ਪਿਕਅਪ ਟਰੱਕ ਵਿਚਕਾਰ ਹੋਇਆ। ਪੁਲਿਸ ਅਨੁਸਾਰ ਹਾਦਸੇ ਤੋਂ ਤੁਰੰਤ ਬਾਅਦ ਸੈਮੀ ਟਰੈਕਟਰ ਟ੍ਰੇਲਰ ਨੂੰ ਅੱਗ ਲੱਗ ਗਈ, ਪਰ ਡਰਾਈਵਰ ਭੱਜਣ ਵਿੱਚ ਕਾਮਯਾਬ ਰਿਹਾ। ਪਿਕਅਪ 'ਚ ਸਵਾਰ 4 ਸਵਾਰੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਬੁੱਧਵਾਰ ਨੂੰ ਇੱਕ ਸੰਯੁਕਤ ਬਿਆਨ ਵਿੱਚ ਪ੍ਰੀਮੀਅਰ ਡੇਵਿਡ ਈਬੀ ਅਤੇ ਜੰਗਲਾਤ ਮੰਤਰੀ ਬਰੂਸ ਰੋਲਸਟਨ ਨੇ ਇਸ ਹਾਦਸੇ 'ਚ ਮਾਰੇ ਗਏ ਫਾਇਰ ਫਾਈਟਰਾਂ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੁਸ਼ਕਲ ਵਾਈਲਡਫਾਇਰ ਦੇ ਸੀਜ਼ਨ ਵਿੱਚ ਵਿਨਾਸ਼ਕਾਰੀ ਖਬਰ ਹੈ। ਅਸੀਂ ਵਾਈਲਡਫਾਇਰ ਨਾਲ ਲੜਨ ਵਾਲਿਆਂ ਅਤੇ ਸਾਰੇ BC ਵਾਈਲਡਫਾਇਰ ਸਰਵਿਸਿਜ਼ ਦੇ ਕਰਮਚਾਰੀਆਂ ਦੇ ਨਾਲ ਖੜੇ ਹਾਂ। ਜਿਸ ਤੋਂ ਬਾਅਦ ਪ੍ਰੀਮੀਅਰ ਨੇ ਮੁੜ ਤੋਂ ਸਹਿਯੋਗੀਆਂ ਅਤੇ ਸਹਿ ਕਰਮਚਾਰੀਆਂ ਦੀ ਮੌਤ ਤੇ ਸੋਗ ਪ੍ਰਗਟ ਕੀਤਾ। ਜਾਣਕਾਰੀ ਮੁਤਾਬਕ BC ਵਿੱਚ 6 ਫਾਇਰ ਫਾਈਟਰਾਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿੱਚ 28 ਜੁਲਾਈ ਨੂੰ 25 ਸਾਲਾ ਜੈਕ ਲੂਇਸ ਦੀ ਮੌਤ ਡੋਨੀ ਕ੍ਰੀਕ ਵਾਈਲਡਫਾਇਰ ਨਾਲ ਲੜਦੇ ਹੋਏ ਹੋ ਗਈ ਸੀ, ਜੋ ਸੂਬੇ ਵਿੱਚ ਰਿਕਾਰਡ ਉੱਤੇ ਸਭ ਤੋਂ ਵੱਡੀ ਵਾਈਲਡਫਾਇਰ ਸੀ। ਇਸ ਤੋਂ ਪਹਿਲਾਂ 13 ਜੁਲਾਈ ਨੂੰ 19 ਸਾਲਾ ਡੇਵਿਨ ਗੇਲ ਦੀ ਰੇਵਲਸਟੋਕ ਨੇੜੇ ਡਿਊਟੀ ਦੌਰਾਨ ਮੌਤ ਹੋ ਗਈ। ਉਹ ਇੱਕ ਡਿੱਗੇ ਦਰਖਤ ਦੇ ਹੇਠਾਂ ਮਿਲੀ ਸੀ। BC ਵਾਈਲਡਫਾਇਰ ਸਰਵਿਸ ਨੇ ਕਾਰ ਹਾਦਸੇ 'ਚ ਮਰਨ ਵਾਲੇ 4 ਵਾਈਲਡਫਾਇਰ ਫਾਇਰ ਫਾਈਟਰਾਂ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਹੈ, ਕਿਉਂਕਿ ਅਜੇ ਵੀ ਅਧਿਕਾਰੀਆਂ ਵੱਲੋਂ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
ਨਾਰਥ ਕੈਰੋਲੀਨਾ ਦੇ ਇੱਕ ਵਿਅਕਤੀ ਦਾ ਪਰਿਵਾਰ ਜਿਸ ਦੀ ਗੂਗਲ ਮੈਪ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇੱਕ ਢਹਿ ਢੇਰੀ ਹੋਏ ਪੁਲ ਤੋਂ ਆਪਣੀ ਕਾਰ ਚਲਾਉਣ ਤੋਂ ਬਾਅਦ ਮੌਤ ਹੋ ਗਈ ਸੀ, ਉਹ ਟੈਕਨੋਲੋਜੀ ਦਿੱਗਜ ਤੇ ਲਾਪਰਵਾਹੀ ਲਈ ਮੁਕੱਦਮਾ ਕਰ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਪ ਨੂੰ ਪੁਲ ਦੇ ਢਹਿ ਢੇਰੀ ਹੋਣ ਦੀ ਸੂਚਨਾ ਦਿੱਤੀ ਗਈ ਸੀ, ਪਰ ਗੂਗਲ ਮੈਪ ਦਾ ਨੈਵੀਗੇਸ਼ਨ ਸਿਸਟਮ ਇਸ ਨੂੰ ਅਪਡੇਟ ਕਰਨ ਵਿੱਚ ਅਸਫਲ ਰਿਹਾ। ਵੇਕ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਲੰਘੇ ਮੰਗਲਵਾਰ ਨੂੰ ਦਾਇਰ ਮੁਕੱਦਮੇ ਦੇ ਅਨੁਸਾਰ ਫਿਲਿਪ ਪੈਕਸਨ ਇੱਕ ਮੈਡੀਕਲ ਡਿਵਾਈਸ ਸੇਲਸਮੈਨ ਅਤੇ 2 ਬੱਚਿਆਂ ਦਾ ਪਿਤਾ, ਜਿਸ ਦੀ 30 ਸਤੰਬਰ 2022 ਨੂੰ ਉਦੋਂ ਮੌਤ ਹੋ ਗਈ ਜਦੋਂ ਜੀਪ ਗਲੈਡੀਏਟਰ ਦੇ ਹਿਕੋਰੀ ਵਿੱਚ ਸਨੋ ਕ੍ਰੀਕ ਵਿੱਚ ਡਿੱਗਣ ਤੋਂ ਬਾਅਦ ਉਹ ਡੁੱਬ ਗਿਆ ਸੀ। ਪੈਕਸਨ ਆਪਣੀ ਧੀ ਦੇ 9ਵੇਂ ਜਨਮ ਦਿਨ ਦੀ ਪਾਰਟੀ ਤੇ ਇੱਕ ਅਣਜਾਣ ਇਲਾਕੇ ਵਿੱਚੋਂ ਇੱਕ ਘਰ ਵੱਲ ਜਾ ਰਿਹਾ ਸੀ ਜਦੋਂ ਗੂਗਲ ਮੈਪਸ ਨੇ ਕਥਿਤ ਤੌਰ ਤੇ ਉਸ ਨੂੰ ਇੱਕ ਪੁਲ ਪਾਰ ਕਰਨ ਲਈ ਕਿਹਾ ਜੋ 9 ਸਾਲ ਪਹਿਲਾਂ ਢਹਿ ਗਿਆ ਸੀ ਅਤੇ ਕਦੇ ਵੀ ਉਸ ਦੀ ਮੁਰੰਮਤ ਨਹੀਂ ਕੀਤੀ ਗਈ। ਮਾਮਲੇ ਵਿੱਚ ਫਿਲਿਪ ਪੈਕਸਨ ਦੀ ਪਤਨੀ ਨੇ ਕਿਹਾ ਕਿ ਸਾਡੀਆਂ ਕੁੜੀਆਂ ਪੁੱਛਦੀਆਂ ਹਨ ਕਿ ਉਹਨਾਂ ਦੇ ਡੈਡੀ ਦੀ ਮੌਤ ਕਿਵੇਂ ਅਤੇ ਕਿਉਂ ਹੋਈ ਅਤੇ ਮੈਂ ਉਹਨਾਂ ਸ਼ਬਦਾਂ ਲਈ ਘਾਟੇ ਵਿੱਚ ਹਾਂ ਜੋ ਉਹਨਾਂ ਨੂੰ ਸਮਝਾਇਆ ਜਾ ਸਕੇ, ਕਿਉਂਕਿ ਇੱਕ ਬਾਲਗ ਹੋਣ ਦੇ ਨਾਤੇ ਮੈਂ ਅਜੇ ਵੀ ਇਹ ਨਹੀਂ ਸਮਝ ਸਕਦੀ ਕਿ GPS ਦਿਸ਼ਾਵਾਂ ਇਸ ਨਾਲ ਕਿਵੇਂ ਕੰਮ ਕਰ ਸਕਦੇ ਹਨ। ਇਹਨਾਂ ਨੂੰ ਮਨੁੱਖੀ ਜੀਵਨ ਲਈ ਬਹੁਤ ਘੱਟ ਪਰਵਾਹ ਹੈ। ਰਾਜ ਦੇ ਸੈਨਿਕਾਂ ਜਿਨ੍ਹਾਂ ਨੇ ਪੈਕਸਟਨ ਦੀ ਲਾਸ਼ ਉਸਦੇ ਉਲਟੇ ਅਤੇ ਅੰਸ਼ਕ ਤੌਰ ਤੇ ਡੁੱਬੇ ਟਰੱਕ ਵਿੱਚ ਲੱਭੀ ਸੀ ਨੇ ਕਿਹਾ ਕਿ ਇਸ ਸੜਕ ਦੇ ਨਾਲ ਕੋਈ ਰੁਕਾਵਟ ਜਾਂ ਚੇਤਾਵਨੀ ਦੇ ਚਿੰਨ੍ਹ ਨਹੀਂ ਸਨ। ਮੁਕੱਦਮੇ ਦੇ ਅਨੁਸਾਰ ਪੈਕਸਨ ਨੇ ਇੱਕ ਬੇਰੋਕ ਕਿਨਾਰੇ ਤੋਂ ਆਪਣੀ ਜੀਪ ਭਜਾ ਲਈ ਅਤੇ ਲਗਭਗ 20 ਫੁੱਟ ਪੁਲ ਤੋਂ ਹੇਠਾਂ ਡਿੱਗ ਗਿਆ ਸੀ। ਨਾਰਥ ਕੈਰੋਲੀਨਾ ਸਟੇਟ ਪੈਟਰੋਲ ਨੇ ਕਿਹਾ ਸੀ ਕਿ ਪੁਲ ਦੀ ਸਥਾਨਕ ਜਾਂ ਰਾਜ ਦੇ ਅਧਿਕਾਰੀਆਂ ਦੁਆਰਾ ਰੱਖ-ਰਖਾਅ ਨਹੀਂ ਕੀਤੀ ਗਈ ਸੀ ਅਤੇ ਅਸਲ ਡਿਵੈਲਪਰ ਦੀ ਕੰਪਨੀ ਭੰਗ ਹੋ ਗਈ ਸੀ। ਮੁਕੱਦਮੇ ਵਿੱਚ ਕਈ ਪ੍ਰਾਈਵੇਟ ਪ੍ਰਾਪਰਟੀ ਮੈਨੇਜਮੈਂਟ ਕੰਪਨੀਆਂ ਦੇ ਨਾਂ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਪੁਲ ਅਤੇ ਨਾਲ ਲੱਗਦੀ ਜ਼ਮੀਨ ਨਾਲ ਜ਼ਿੰਮੇਵਾਰ ਹਨ। ਮੁਕੱਦਮੇ ਦੇ ਅਨੁਸਾਰ ਪੈਕਸਨ ਦੀ ਮੌਤ ਤੋਂ ਪਹਿਲਾਂ ਦੇ ਸਾਲਾਂ ਵਿੱਚ ਕਈ ਲੋਕਾਂ ਨੇ ਗੂਗਲ ਮੈਪ ਨੂੰ ਇਸ ਪੁਲ ਦੇ ਢਹਿ ਜਾਣ ਬਾਰੇ ਸੂਚਿਤ ਕੀਤਾ ਸੀ ਅਤੇ ਕੰਪਨੀ ਨੂੰ ਆਪਣੀ ਰੂਟ ਜਾਣਕਾਰੀ ਨੂੰ ਅਪਡੇਟ ਕਰਨ ਦੀ ਅਪੀਲ ਕੀਤੀ ਸੀ। ਮੰਗਲਵਾਰ ਦੀ ਅਦਾਲਤ ਵਿੱਚ ਫਾਈਲਿੰਗ ਵਿੱਚ ਇੱਕ ਹੋਰ ਹਿਕੋਰੀ ਨਿਵਾਸੀ ਦੇ ਈਮੇਲ ਰਿਕਾਰਡ ਸ਼ਾਮਲ ਹਨ ਜਿਨ੍ਹਾਂ ਨੇ ਕੰਪਨੀ ਨੂੰ ਸੁਚੇਤ ਕਰਨ ਲਈ ਸਤੰਬਰ 2020 ਵਿੱਚ ਨਕਸ਼ੇ ਦੀ ਸੁਝਾਅ ਅਤੇ ਸੰਪਾਦਨ ਵਿਸ਼ੇਸ਼ਤਾ ਦੀ ਵਰਤੋਂ ਕੀਤੀ ਸੀ ਕਿ ਇਹ ਢਹਿ ਪੁਲ ਉੱਤੇ ਡਰਾਈਵਰਾਂ ਨੂੰ ਨਿਰਦੇਸ਼ ਦੇ ਰਹੀ ਸੀ। ਗੂਗਲ ਤੋਂ ਨਵੰਬਰ 2020 ਦੀ ਇੱਕ ਈਮੇਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਪਨੀ ਨੂੰ ਉਸ ਦੀ ਰਿਪੋਰਟ ਮਿਲੀ ਹੈ ਅਤੇ ਉਹ ਸੁਝਾਏ ਗਏ ਬਦਲਾਅ ਦੀ ਸਮੀਖਿਆ ਕਰ ਰਹੀ ਹੈ, ਪਰ ਮੁਕੱਦਮੇ ਦਾ ਦਾਅਵਾ ਹੈ ਕਿ ਗੂਗਲ ਨੇ ਕੋਈ ਹੋਰ ਕਾਰਵਾਈ ਨਹੀਂ ਕੀਤੀ। ਗੂਗਲ ਦੇ ਇੱਕ ਬੁਲਾਰੇ ਜਿਸ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਵਿੱਚ ਹੈ ਪਰ ਰੈਲੇ ਵਿੱਚ ਇੱਕ ਰਜਿਸਟਰਡ ਦਫ਼ਤਰ ਰੱਖਦਾ ਹੈ, ਉਸਨੇ ਮੁਕੱਦਮੇ ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਯੂਨਾਈਟਿਡ ਸਟੇਟਸ ਦੇ ਮਸ਼ਹੂਰ ਲੇਖਕ ਜੌਨ ਕ੍ਰਿਸ਼ਮ, ਜੋਡੀ ਪਿਕੋਲਟ ਅਤੇ ਜਾਰਜ ਆਰ ਮਾਰਟਿਨ ਅਤੇ ਹੋਰ 17 ਲੇਖਕਾਂ ਨੇ ਓਪਨ AI ਤੇ ਵੱਡੇ ਪੱਧਰ ਤੇ ਯੋਜਨਾਬੱਧ ਚੋਰੀ ਲਈ ਮੁਕੱਦਮਾ ਦਾਇਰ ਕੀਤਾ ਹੈ, ਜੋ ਕਿ ਲੇਖਕਾਂ ਦੁਆਰਾ ਕਾਨੂੰਨੀ ਕਾਰਵਾਈ ਦੀ ਇੱਕ ਲਹਿਰ ਵਿੱਚ ਤਾਜ਼ਾ ਹੈ ਕਿ ਓਪਨ AI ਨਕਲੀ ਖੁਫੀਆ ਪ੍ਰੋਗਰਾਮ ਬਿਨਾਂ ਇਜਾਜ਼ਤ ਉਹਨਾਂ ਦੇ ਕਾਪੀਰਾਈਟ ਕੀਤੇ ਕੰਮਾਂ ਦੀ ਵਰਤੋਂ ਕਰ ਰਹੇ ਹਨ। ਨਿਊਯਾਰਕ ਵਿੱਚ ਫੈਡਰਲ ਅਦਾਲਤ ਵਿੱਚ ਲੰਘੇ ਮੰਗਲਵਾਰ ਨੂੰ ਦਾਇਰ ਕੀਤੇ ਕਾਗਜ਼ਾਂ ਵਿੱਚ ਲੇਖਕਾਂ ਨੇ ਰਜਿਸਟਰਡ ਕਾਪੀਰਾਈਟਸ ਦੀ ਸਪਸ਼ਟ ਅਤੇ ਨੁਕਸਾਨਦੇਹ ਉਲੰਘਣਾ ਦਾ ਦੋਸ਼ ਲਗਾਇਆ ਅਤੇ ChatGPT ਪ੍ਰੋਗਰਾਮ ਨੂੰ ਇੱਕ ਵੱਡਾ ਵਪਾਰਕ ਐਂਟਰਪ੍ਰਾਈਜ਼ ਦੱਸਿਆ ਜੋ ਵੱਡੇ ਪੱਧਰ ਤੇ ਕੰਟੈਂਟ ਦੀ ਚੋਰੀ ਕਰ ਰਿਹਾ ਹੈ। ਇਸ ਮੁਕੱਦਮੇ ਦਾ ਆਯੋਜਨ ਲੇਖਕ ਗਿਲਡ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਡੇਵਿਡ ਬੋਲਜੋਕੀ, ਸਿਲਵੀਆ ਡੇ, ਜੋਨਾਥਨ ਫ੍ਰਾਂਜ਼ੇਨ ਅਤੇ ਏਲਿਨ ਹਿਲਡਰਬ੍ਰੈਂਡ ਵੀ ਸ਼ਾਮਲ ਹਨ। ਮੁਕੱਦਮੇ ਵਿੱਚ ਹਰੇਕ ਲੇਖਕ ਲਈ ਖਾਸ ChatGPT ਖੋਜਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਵੇਂ ਕਿ ਮਾਰਟਿਨ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਪ੍ਰੋਗਰਾਮ ਨੇ ਇੱਕ ਗੇਮ ਆਫ ਥਰੋਨਸ ਤੋਂ ਅ ਡੌਨ ਆਫ ਡਾਇਰਵੋਲਸ ਅਤੇ ਸਿਰਲੇਖ ਵਾਲੇ ਪ੍ਰੀਕੁਅਲ ਲਈ ਉਲੰਘਣਾ, ਅਨਅਧਿਕਾਰਿਤ ਅਤੇ ਵਿਸਤ੍ਰਿਤ ਰੂਪਰੇਖਾ ਤਿਆਰ ਕੀਤੀ ਹੈ। ਅ ਸੌਂਗ ਆਫ ਆਈਸ ਐਂਡ ਫਾਇਰ ਦੀ ਲੜੀ ਵਿੱਚ ਮਾਰਟਿਨ ਦੀਆਂ ਮੌਜੂਦਾ ਕਿਤਾਬਾਂ ਦੇ ਉਹੀ ਅੱਖਰ ਵਰਤੇ ਗਏ ਹਨ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇੱਕ ਓਪਨ AI ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਲੇਖਕਾਂ ਅਤੇ ਉਹਨਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੀ ਹੈ ਅਤੇ ਵਿਸ਼ਵਾਸ ਕਰਦੀ ਹੈ ਕਿ ਉਹਨਾਂ ਨੂੰ AI ਟੈਕਨੋਲੋਜੀ ਤੋਂ ਲਾਭ ਲੈਣਾ ਚਾਹੀਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮਾਈਕਲ ਚੇਬਨ ਅਤੇ ਡੇਵਿਡ ਹੈਨਰੀ ਵਾਂਗ ਸਮੇਤ ਮੁੱਠੀ ਭਰ ਲੇਖਕਾਂ ਨੇ ਬੌਧਿਕ ਸੰਪत्ति ਦੀ ਸਪਸ਼ਟ ਉਲੰਘਣਾ ਲਈ ਸੈਨ ਫ੍ਰਾਂਸਿਸਕੋ ਵਿੱਚ ਓਪਨ AI ਤੇ ਮੁਕੱਦਮਾ ਚਲਾਇਆ। ਅਗਸਤ ਵਿੱਚ ਓਪਨ AI ਨੇ ਕੈਲੀਫੋਰਨੀਆ ਵਿੱਚ ਇੱਕ ਫੈਡਰਲ ਜੱਜ ਨੂੰ 2 ਇਸ ਦੇ ਨਾਲ ਦੇ ਮੁਕੱਦਮੇ ਖਾਰਜ ਕਰਨ ਲਈ ਕਿਹਾ, ਜੋ ਕਿ ਇੱਕ ਕਾਮੇਡੀਅਨ ਸੇਰਾ ਸਿਲਵਰਮੈਨ ਅਤੇ ਦੂਜੇ ਲੇਖਕ ਪਾਲ ਟ੍ਰੈਂਬਲੇ ਵੱਲੋਂ ਚਲਾਇਆ ਗਿਆ ਸੀ। ਇੱਕ ਅਦਾਲਤ ਦੀ ਫਾਈਲਿੰਗ ਵਿੱਚ ਓਪਨ AI ਨੇ ਕਿਹਾ ਕਿ ਦਾਅਵੇ ਕਾਪੀਰਾਈਟ ਦੇ ਦਾਇਰੇ ਨੂੰ ਗਲਤ ਸਮਝਦੇ ਹਨ, ਸੀਮਾਵਾਂ ਅਤੇ ਅਪਵਾਦਾਂ ਨੂੰ ਧਿਆਨ ਵਿੱਚ ਰੱਖਣ ਵਿੱਚ ਅਸਫਲ ਰਹਿੰਦੇ ਹਨ, ਜੋ ਕਿ ਹੁਣ ChatGPT ਵਿੱਚ ਸਭ ਤੋਂ ਅੱਗੇ ਵੱਡੇ ਭਾਸ਼ਾ ਮਾਡਲਾਂ ਵਰਗੀਆਂ ਨਵੀਨਤਾਵਾਂ ਲਈ ਜਗ੍ਹਾ ਛੱਡਦੇ ਹਨ। AI ਤੇ ਲੇਖਕ ਦੇ ਇਤਰਾਜ਼ਾਂ ਨੇ ਦੇਸ਼ ਦੇ ਸਭ ਤੋਂ ਵੱਡੇ ਕਿਤਾਬਾਂ ਦੇ ਰਿਟੇਲਰ Amazon.com ਨੂੰ ਕਿਤਾਬਾਂ ਤੇ ਆਪਣੀਆਂ ਨੀਤੀਆਂ ਨੂੰ ਬਦਲਣ ਵਿੱਚ ਮਦਦ ਕੀਤੀ ਹੈ। ਆਨਲਾਈਨ ਦਿੱਗਜ ਹੁਣ ਉਹਨਾਂ ਲੇਖਕਾਂ ਨੂੰ ਪੁੱਛ ਰਿਹਾ ਹੈ ਜੋ ਇਸ ਦੇ Kindle Direct ਪ੍ਰੋਗਰਾਮ ਦੁਆਰਾ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਨ।
ਐਮਾਜ਼ਨ ਨੂੰ ਪਹਿਲਾਂ ਹੀ ਸੂਚਿਤ ਕਰਨ ਕਿ ਉਹ AI ਦੁਆਰਾ ਤਿਆਰ ਕੀਤੀ ਸਮੱਗਰੀ ਨੂੰ ਸ਼ਾਮਲ ਕਰ ਰਹੇ ਹਨ। ਐਮਾਜ਼ਨ ਲੇਖਕਾਂ ਨੂੰ ਪ੍ਰਤੀ ਦਿਨ ਕਿੰਡਲ ਡਾਇਰੈਕਟ ਤੇ 3 ਨਵੀਆਂ ਸਵੈ ਪ੍ਰਕਾਸ਼ਿਤ ਕਿਤਾਬਾਂ ਤੱਕ ਸੀਮਿਤ ਕਰ ਰਿਹਾ ਹੈ, ਜਿਸ ਨਾਲ AI ਟੈਕਸਟ ਦੇ ਪ੍ਰਸਾਰ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਲਬਰਟਾ ਸਰਕਾਰ ਦੁਆਰਾ ਕਮਿਸ਼ਨ ਕੀਤੀ ਗਈ ਇੱਕ ਰਿਪੋਰਟ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇ ਇਹ ਨੈਸ਼ਨਲ ਰਿਟਾਇਰਮੈਂਟ ਸੇਵਿੰਗ ਪ੍ਰੋਗਰਾਮ ਤੋਂ ਬਾਹਰ ਨਿਕਲਦਾ ਹੈ ਅਤੇ ਇਸ ਨੂੰ ਇਕੱਲੇ ਛੱਡ ਦਿੰਦਾ ਹੈ ਤਾਂ ਪ੍ਰੋਵਿੰਸ ਕੈਨੇਡਾ ਪੈਨਸ਼ਨ ਪਲਾਨ ਦੀ ਅੱਧੀ ਤੋਂ ਵੱਧ ਜਾਇਦਾਦ ਦਾ ਹੱਕਦਾਰ ਹੋਵੇਗਾ। ਲੰਘੇ ਵੀਰਵਾਰ ਨੂੰ ਜਾਰੀ ਸਲਾਹਕਾਰ ਲਾਈਫ ਵਰਕਰਸ ਦੁਆਰਾ ਸੰਕਲਿਤ ਇੱਕ ਤੀਜੀ ਧਿਰ ਦੀ ਰਿਪੋਰਟ ਗਣਨਾ ਕਰਦੀ ਹੈ ਕਿ ਜੇਕਰ ਐਲਬਰਟਾ ਨੇ ਅਗਲੇ ਸਾਲ CPP ਛੱਡਣ ਲਈ ਲੋੜੀਂਦਾ 3 ਸਾਲਾਂ ਦਾ ਨੋਟਿਸ ਦਿੱਤਾ ਤਾਂ ਇਹ 2027 ਤੱਕ $334 ਬਿਲੀਅਨ ਜਾਂ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਪੁੱਲ ਦਾ ਲਗਭਗ 53% ਦਾ ਹੱਕਦਾਰ ਹੋਵੇਗਾ। ਐਲਬਰਟਾ CPP ਛੱਡਣ ਵਾਲਾ ਪਹਿਲਾ ਸੂਬਾ ਹੋਵੇਗਾ ਅਤੇ ਕਿਊਬੈਕ ਇਸ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਇਆ ਜਦੋਂ ਇਹ 1965 ਵਿੱਚ ਸਥਾਪਿਤ ਕੀਤਾ ਗਿਆ ਸੀ। ਵਿੱਤ ਮੰਤਰੀ ਨੇਟ ਹਾਰਨਰ ਨੇ ਕਿਹਾ ਕਿ ਐਲਬਰਟਾ ਦੇ ਨੌਜਵਾਨ ਕਾਰਜਬਲ ਅਤੇ ਵੱਧ ਰਹੀ ਆਰਥਿਕਤਾ ਨੂੰ ਦੇਖਦੇ ਹੋਏ ਪ੍ਰੋਵਿੰਸ ਕੋਲ ਨਿਵਾਸੀਆਂ ਨੂੰ ਐਲਬਰਟਾ ਪੈਨਸ਼ਨ ਯੋਜਨਾ ਦੀ ਚੋਣ ਕਰਨ ਦੀ ਇਜਾਜ਼ਤ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹਨਾਂ ਖੋਜਾਂ ਨੂੰ ਐਲਬਰਟਨਸ ਨੂੰ ਪੇਸ਼ ਕਰੀਏ ਅਤੇ ਉਹਨਾਂ ਦਾ ਫੀਡਬੈਕ ਇਕੱਠਾ ਕਰੀਏ। ਅਸੀਂ ਇੱਥੋਂ ਕਿੱਥੇ ਜਾਣਾ ਹੈ ਇਸ ਬਾਰੇ ਅੰਤਿਮ ਫੈਸਲਾ ਐਲਬਰਟਾ ਦੇ ਲੋਕ ਕਰਨਗੇ। ਇਹ ਤੁਹਾਡੀ ਪੈਨਸ਼ਨ, ਤੁਹਾਡੀ ਰਿਟਾਇਰਮੈਂਟ ਅਤੇ ਤੁਹਾਡਾ ਭਵਿੱਖ ਹੈ। ਉਸਨੇ ਕਿਹਾ ਕਿ ਐਲਬਰਟਾ ਯੋਜਨਾ ਪਹਿਲੇ ਸਾਲ ਵਿੱਚ ਨਿਵਾਸੀਆਂ ਨੂੰ $5 ਬਿਲੀਅਨ ਬਚਾ ਸਕਦੀ ਹੈ। ਪੈਨਸ਼ਨਾਂ ਤੇ ਇਕੱਲੇ ਜਾਣਾ ਸਾਬਕਾ ਯੂਨਾਈਟਿਡ ਕੰਜ਼ਰਵੇਟਿਵ ਪ੍ਰੀਮੀਅਰ ਜੇਸਨ ਕੈਨੀ ਦੀ ਓਟਵਾ ਨਾਲ ਨਿਰਪੱਖ ਸੌਦੇ ਲਈ ਲੜਨ ਦੀ ਯੋਜਨਾ ਦਾ ਇੱਕ ਹਿੱਸਾ ਸੀ। ਇਸ ਵਿੱਚ ਇੱਕ ਸੰਭਾਵੀ ਐਲਬਰਟਾ ਪੁਲਿਸ ਫੋਰਸ ਅਤੇ ਟੈਕਸ ਮਾਲੀਆ ਏਜੰਸੀ ਵੀ ਸ਼ਾਮਲ ਹਨ। ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੱਕ ਐਲਬਰਟਾ ਯੋਜਨਾ ਸਥਾਪਿਤ ਕਰਨ ਲਈ $100 ਮਿਲੀਅਨ ਅਤੇ $1 ਬਿਲੀਅਨ ਦੇ ਵਿਚਕਾਰ ਖਰਚਾ ਆਵੇਗਾ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪ੍ਰੋਵਿੰਸ CPP ਵਿਧੀਆਂ ਤੇ ਕਿੰਨਾ ਕੁ ਪਿਗੀਬੈਕ ਕਰਦਾ ਹੈ। ਐਲਬਰਟਾ ਯੋਜਨਾ ਦੀ ਨਿਵੇਸ਼ ਬਾਂਡ ਨੂੰ ਲਾਗੂ ਕਰਨ ਦੀ ਲਾਗਤ ਹੋਰ $75 ਮਿਲੀਅਨ ਤੋਂ $1.2 ਬਿਲੀਅਨ ਹੋਵੇਗੀ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪ੍ਰੋਵਿੰਸ ਮੌਜੂਦਾ ਢਾਂਚੇ ਅਤੇ ਮੁਹਾਰਤ ਵਿੱਚ ਇਸ ਦੀ ਕਿੰਨੀ ਕੁ ਵਰਤੋਂ ਕਰਦਾ ਹੈ। ਸਥਾਨਕ ਮੀਡੀਆ ਨੇ ਰਿਪੋਰਟ ਕੀਤੀ ਹੈ ਕਿ ਟੈਕਸਾਸ ਵਿੱਚ ਇੱਕ ਸ਼ੈਰਿਫ ਦੇ ਡਿਪਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਉਸਨੇ ਆਪਣੇ 2 ਮਹੀਨੇ ਦੇ ਬੱਚੇ ਨੂੰ 3 ਘੰਟਿਆਂ ਲਈ ਇੱਕ ਗਰਮ ਕਾਰ ਵਿੱਚ ਛੱਡ ਦਿੱਤਾ ਸੀ। ਐਂਟੋਨੀਓ ਐਲਮਰਾਜ਼ ਨੂੰ ਇੱਕ ਬੱਚੇ ਨੂੰ ਪੱਕੀ ਹੋਈ ਕਾਰ ਵਿੱਚ ਛੱਡਣ, ਬੱਚੇ ਨੂੰ ਖਤਰੇ ਵਿੱਚ ਪਾਉਣ ਅਤੇ ਬੱਚੇ ਨੂੰ ਗੰਭੀਰ ਸਰੀਰਕ ਸੱਟ ਲੱਗਣ ਦਾ ਦੋਸ਼ ਲਗਾਇਆ ਗਿਆ ਹੈ ਜਦੋਂ ਉਸ ਦਾ ਬੱਚਾ ਉਸਦੇ ਵਾਹਨ ਦੇ ਅੰਦਰ ਗੈਰ ਜ਼ਿੰਮੇਵਾਰ ਪਾਇਆ ਗਿਆ ਸੀ। 2 ਮਹੀਨਿਆਂ ਦੇ ਬੱਚੇ ਨੂੰ ਸੈਨ ਐਂਟੋਨੀਓ ਏਰੀਆ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਹਸਪਤਾਲ ਵਿੱਚ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ ਉਸ ਹਸਪਤਾਲ ਦੇ ਕਰਮਚਾਰੀਆਂ ਨੇ ਬੈਕਸਟਰ ਕਾਉਂਟੀ ਦੀ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਜਦੋਂ ਪੁਲਿਸ ਨੇ ਐਲਮਰਾਜ਼ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਕਿ ਕੀ ਹੋਇਆ ਸੀ ਤਾਂ ਉਸਨੇ ਪੁਲਿਸ ਨੂੰ ਗੁੱਸੇ ਵਿੱਚ ਬਿਆਨ ਦਿੱਤੇ। ਹਾਲਾਂਕਿ ਜਾਂਚਕਰਤਾ ਅਸਲ ਵਿੱਚ ਵਾਪਰੀਆਂ ਘਟਨਾਵਾਂ ਦਾ ਪਤਾ ਲਗਾਉਣ 'ਚ ਸਫਲ ਰਹੇ। ਪੁਲਿਸ ਨੂੰ ਪਤਾ ਲੱਗਾ ਕਿ ਐਲਮਰਾਜ਼ ਸਵੇਰੇ 10 ਵਜੇ ਦੇ ਕਰੀਬ ਘਰ ਪਰਤਣ ਤੋਂ ਪਹਿਲਾਂ 9 ਵਜੇ ਦੇ ਕਰੀਬ ਡਾਕਟਰ ਕੋਲ ਗਿਆ ਸੀ, ਜਿਸ ਨੂੰ ਲੈ ਕੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਐਲਮਰਾਜ਼ ਆਪਣੇ ਬੱਚੇ ਨੂੰ ਕਾਰ ਵਿੱਚ ਭੁੱਲ ਗਿਆ ਅਤੇ ਅੰਦਰ ਚਲਾ ਗਿਆ। 2 ਮਹੀਨੇ ਦਾ ਬੱਚਾ ਦੁਪਹਿਰ 1 ਵਜੇ ਤੋਂ ਬਾਅਦ ਗੈਰ ਜਵਾਬਦੇਹ ਪਾਇਆ ਗਿਆ। ਐਲਮਰਾਜ਼ ਨੂੰ ਥੋੜੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਐਲਮਰਾਜ਼ ਦਾ ਬੌਂਡ $80,000 ਤੇ ਸੈੱਟ ਕੀਤਾ ਗਿਆ ਸੀ ਅਤੇ ਉਸ ਨੂੰ ਬੈਕਸਟਰ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਨੌਕਰੀ ਤੋਂ ਬਰਖਾਸਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਐਲਮਰਾਜ਼ ਨੂੰ ਲਗਭਗ 7 ਮਹੀਨੇ ਪਹਿਲਾਂ 20 ਫਰਵਰੀ ਨੂੰ ਨੌਕਰੀ ਤੇ ਰੱਖਿਆ ਗਿਆ ਸੀ ਅਤੇ ਉਹ ਅਜੇ ਵੀ ਸ਼ੈਰਿਫ ਦੇ ਦਫ਼ਤਰ ਵਿੱਚ ਆਪਣੀ ਪ੍ਰੋਬੇਸ਼ਨਰੀ ਮਿਆਦ ਵਿੱਚ ਸੀ, ਜਿਸ ਕਰਕੇ ਐਲਮਰਾਜ਼ ਬਰਖਾਸਤਗੀ ਦੀ ਅਪੀਲ ਨਹੀਂ ਕਰ ਸਕਦਾ ਹੈ ਅਤੇ ਹੁਣ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਮਗਰੋਂ ਉਸ ਨੂੰ ਦੁਬਾਰਾ ਨਿਯੁਕਤ ਨਹੀਂ ਕੀਤਾ ਜਾ ਸਕਦਾ। ਰਾਸ਼ਟਰੀ ਮੌਸਮ ਵਿਭਾਗ ਦੇ ਅਨੁਸਾਰ ਸੈਨ ਐਂਟੋਨੀਓ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਤਾਪਮਾਨ ਲੰਘੇ ਸੋਮਵਾਰ ਨੂੰ 28 ਡਿਗਰੀ ਸੈਲਸੀਅਸ ਤੋਂ ਸ਼ੁਰੂ ਹੋਇਆ, ਫਿਰ 33 ਡਿਗਰੀ ਸੈਲਸੀਅਸ ਤੱਕ ਵਧ ਗਿਆ। ਹਾਲਾਂਕਿ ਵਧੇ ਤਾਪਮਾਨ ਦੇ ਦਿਨਾਂ ਵਿੱਚ ਬਾਹਰ ਖੜੀਆਂ ਕਾਰਾਂ ਦੇ ਅੰਦਰ ਅਨੁਭਵ ਕੀਤਾ ਗਿਆ ਤਾਪਮਾਨ ਬਾਹਰੀ ਤਾਪਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਹਰ ਸਾਲ ਅਮਰੀਕਾ ਵਿੱਚ 40 ਬੱਚੇ ਕਾਰਾਂ ਦੇ ਅੰਦਰ ਫਸਣ ਕਰਕੇ ਹੀਟ ਸਟ੍ਰੋਕ ਨਾਲ ਮਰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਮਾਮਲਿਆਂ ਵਿੱਚ ਬੱਚੇ ਦੇ ਕੇਅਰਗਿਵਰ ਉਹਨਾਂ ਨੂੰ ਕਾਰ ਦੇ ਅੰਦਰ ਹੀ ਭੁੱਲ ਗਏ ਸੀ। ਏਜੰਸੀ ਨੇ ਸਿਫਾਰਿਸ਼ ਕੀਤੀ ਹੈ ਕਿ ਮਾਪੇ ਕਾਰਾਂ ਦੇ ਦਰਵਾਜ਼ੇ ਨੂੰ ਲੌਕ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੀ ਕਾਰ ਦੀ ਪਿਛਲੀ ਸੀਟ ਦੀ ਜਾਂਚ ਕਰਨ ਦੀ ਆਦਤ ਪਾਉਣ। ਬ੍ਰਿਟਿਸ਼ ਕੋਲੰਬੀਆ ਵਿੱਚ ਅੱਗ ਬੁਝਾਉਣ ਵਾਲਿਆਂ ਕੋਲ ਜਲਦੀ ਹੀ ਵਾਈਲਡਫਾਇਰ ਦਾ ਪਤਾ ਲਗਾਉਣ ਵਾਲੀ ਟੈਕਨੋਲੋਜੀ ਤੱਕ ਪਹੁੰਚ ਹੋਵੇਗੀ, ਜੋ 5G, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੈਟੇਲਾਈਟ ਦੀ ਵਰਤੋਂ ਕਰਦੀ ਹੈ ਤਾਂ ਜੋ ਅੱਗ ਫੈਲਣ ਤੋਂ ਬਹੁਤ ਪਹਿਲਾਂ ਉੱਭਰਦੀਆਂ ਅੱਗਾਂ ਦਾ ਪਤਾ ਲਗਾਇਆ ਜਾ ਸਕੇ।
ਰੋਜਰਸ ਦੁਆਰਾ ਵੀਰਵਾਰ ਨੂੰ ਐਲਾਨੇ ਗਏ ਫਸਟ ਇਨ ਕੈਨੇਡਾ ਸਿਸਟਮ ਪੈਨੋ AI ਕੈਮਰਿਆਂ ਨੂੰ ਜੋੜਨਗੇ ਜੋ 20 ਕਿਲੋਮੀਟਰ ਦੂਰ ਉੱਤਰੀ BC ਵਿੱਚ 5G ਟਾਵਰਾਂ ਨਾਲ ਧੂਏ ਦਾ ਪਤਾ ਲਗਾ ਸਕਦੇ ਹਨ। ਰੋਜਰਸ ਪ੍ਰੋਵਿੰਸ ਦੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਸੈਟੇਲਾਈਟ ਨਾਲ ਜੁੜੇ ਸੈਂਸਰਾਂ ਨੂੰ ਤਾਇਨਾਤ ਕਰਨ ਲਈ SpaceX ਨਾਲ ਵੀ ਸਾਂਝੇਦਾਰੀ ਕਰ ਰਿਹਾ ਹੈ ਜੋ ਜੰਗਲੀ ਅੱਗ ਦੀ ਗਤੀਵਿਧੀ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰ ਸਕਦਾ ਹੈ। ਰੋਜਰਸ ਦੇ ਇਨੋਵੇਸ਼ਨ ਅਤੇ ਪਾਰਟਨਰਸ਼ਿਪ ਦੇ ਸੀਨੀਅਰ ਡਾਇਰੈਕਟਰ ਨੀਲ ਦਿਆਲ ਨੇ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਟੈਕਨੋਲੋਜੀ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਸਾਲ ਦੇ ਅੰਤ ਤੋਂ ਪਹਿਲਾਂ ਚਾਲੂ ਹੋ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਲ ਦਿਆਲ ਨੇ ਦੱਸਿਆ ਕਿ ਕੰਪਨੀ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਟੈਕਨੋਲੋਜੀ ਨੂੰ ਤਾਇਨਾਤ ਕਰਨ ਦੀ ਉਮੀਦ ਕਰਦੀ ਹੈ ਕਿਉਂਕਿ ਹੋਰ ਕੈਨੇਡੀਅਨ ਪ੍ਰੋਵਿੰਸਾਂ ਨੂੰ ਵਾਈਲਡਫਾਇਰ ਦੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਐਲਾਨ ਇਸ ਲਈ ਕੀਤਾ ਗਿਆ ਕਿਉਂਕਿ BC ਅਤੇ ਕੈਨੇਡਾ ਵਿੱਚ ਰਿਕਾਰਡ ਤੋੜਨ ਵਾਲੇ ਵਾਈਲਡਫਾਇਰ ਦੇ ਸੀਜ਼ਨ ਨਾਲ ਅਜੇ ਵੀ ਲੜਨਾ ਜਾਰੀ ਹੈ। ਅੱਜ ਤੱਕ ਦੇਸ਼ ਭਰ ਵਿੱਚ ਲਗਭਗ 1,76,000 ਵਰਗ ਕਿਲੋਮੀਟਰ ਵਾਈਲਡਫਾਇਰ ਕਰਕੇ ਸੜ ਗਿਆ ਜਿਸ ਵਿੱਚ BC ਵਿੱਚ 24,000 ਵਰਗ ਕਿਲੋਮੀਟਰ ਸ਼ਾਮਲ ਹਨ। ਅੱਗ ਬੁਝਾਓ ਅਮਲੇ BC ਵਿੱਚ 380 ਤੋਂ ਵੱਧ ਅੱਗਾਂ ਨਾਲ ਲੜ ਰਹੇ ਹਨ ਅਤੇ ਹੋਰ 520 ਦੇਸ਼ ਭਰ ਵਿੱਚ ਹਨ। ਨੀਲ ਦਿਆਲ ਨੇ ਕਿਹਾ ਕਿ ਰੋਜਰਸ ਨੇ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਅਤੇ BC ਦੇ ਖੋਜਕਰਤਾਵਾਂ ਨਾਲ ਸਾਂਝੇਦਾਰੀ ਕੀਤੀ। 2021 ਵਿੱਚ ਵਾਈਲਡਫਾਇਰ ਦੀ ਸ਼ੁਰੂਆਤੀ ਖੋਜ ਲਈ AI ਵਰਗੀ ਉੱਭਰ ਰਹੀ ਤਕਨੀਕ ਦੇ ਨਾਲ 5G ਟੈਕਨੋਲੋਜੀ ਨੂੰ ਜੋੜਨ ਦੀ ਪੜਚੋਲ ਕਰ ਰਿਹਾ ਹੈ। ਉਸ ਸਮੇਂ BC ਨੇ ਰਿਕਾਰਡ ਤੇ ਇਸ ਦੇ ਤੀਜੇ ਸਭ ਤੋਂ ਭੈੜੇ ਵਾਈਲਡਫਾਇਰ ਸੀਜ਼ਨ ਦਾ ਸਾਹਮਣਾ ਕੀਤਾ ਸੀ ਜੋ ਸਿਰਫ 8700 ਵਰਗ ਕਿਲੋਮੀਟਰ ਦੇ ਅੰਦਰ ਸੜ ਗਿਆ ਸੀ। ਜਾਣਕਾਰੀ ਮੁਤਾਬਕ ਰੋਜਰਸ ਅਤੇ UBC 2018 ਤੋਂ 5G ਸਮਰੱਥਾਵਾਂ ਦੀ ਪੜਚੋਲ ਕਰਨ BC ਵਿੱਚ ਘੱਟ ਪਾਵਰ ਸੈਂਸਰਾਂ ਨੂੰ ਤਾਇਨਾਤ ਕਰਨ ਤੇ ਇਕੱਠੇ ਕੰਮ ਕਰ ਰਹੇ ਹਨ। ਖੋਜਕਰਤਾਵਾਂ, ਪ੍ਰਾਈਵੇਟ ਕੰਪਨੀਆਂ ਅਤੇ ਸਰਕਾਰਾਂ ਦੁਆਰਾ ਸ਼ੁਰੂਆਤੀ ਜੰਗਲੀ ਅੱਗ ਦੀ ਖੋਜ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ ਕਿਉਂਕਿ ਜਲਵਾਯੂ ਤਬਦੀਲੀ ਕਾਰਨ ਅੱਗ ਦਾ ਖਤਰਾ ਵਧਦਾ ਜਾ ਰਿਹਾ ਹੈ। ਕੈਨੇਡੀਅਨ ਸਪੇਸ ਏਜੰਸੀ, ਕੈਨੇਡੀਅਨ ਫੋਰੈਸਟ ਸਰਵਿਸ, ਕੈਨੇਡੀਅਨ ਸੈਂਟਰ ਫॉर ਮੈਪਿੰਗ ਐਂਡ ਅਰਥ ਆਬਜ਼ਰਵੇਸ਼ਨ ਐਂਡ ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ 2029 ਵਿੱਚ ਜੰਗਲੀ ਅੱਗ ਦੀ ਨਿਗਰਾਨੀ ਲਈ ਦੁਨੀਆ ਦਾ ਪਹਿਲਾ ਮਕਸਦ ਬਣਾਇਆ ਉਪਗ੍ਰਹਿ ਵਾਈਲਡਫਾਇਰ ਸੈਟ ਲਾਂਚ ਕਰਨ ਲਈ ਤਿਆਰ ਹੈ। ਅਮਰੀਕਾ ਅਤੇ ਕੈਨੇਡਾ ਦੇ ਖੋਜਕਰਤਾਵਾਂ ਦੁਆਰਾ AI ਸੰਚਾਲਿਤ ਸੈਂਸਰ ਵੀ ਵਿਕਸਿਤ ਕੀਤੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ 2022 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਜੰਗਲੀ ਅੱਗ ਵਧੇਰੇ ਤੀਬਰ ਅਤੇ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਅਤੇ ਕਿਹਾ ਗਿਆ ਹੈ ਕਿ ਗਲੋਬਲ ਵਾਰਮਿੰਗ ਦੇ ਵਿਗੜਨ ਨਾਲ ਤਾਪਮਾਨ ਵਧਣ ਦੇ ਨਾਲ ਜੰਗਲੀ ਅੱਗ ਦੇ ਜੋਖਮ ਨੂੰ ਘਟਾਉਣ ਦੀ ਜ਼ਰੂਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੈ। ਯੂਕਰੇਨ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਸਾਕੀ 에ਅਰ ਬੇਸ ਉੱਤੇ ਰਾਤੋਂ ਰਾਤ ਯੂਕਰੇਨ ਦੀ ਫੌਜ ਨੇ ਹਮਲਾ ਕੀਤਾ ਅਤੇ ਇਸ ਹਮਲੇ ਦੀ ਪੁਸ਼ਟੀ ਯੂਕਰੇਨ ਦੀ ਫੌਜ ਨੇ ਖੁਦ ਕੀਤੀ ਹੈ ਜਿਸ ਦੀ ਪਹਿਲਾਂ ਹੀ ਇੱਕ ਖੁਫੀਆ ਸਰੋਤ ਦੁਆਰਾ ਰਿਪੋਰਟ ਕੀਤੀ ਗਈ ਸੀ। ਫੌਜ ਨੇ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਕਿਹਾ ਕਿ ਯੂਕਰੇਨ ਦੇ ਰੱਖਿਆ ਬਲਾਂ ਨੇ ਅਸਥਾਈ ਤੌਰ ਤੇ ਕਬਜ਼ੇ ਵਾਲੇ ਕ੍ਰੀਮੀਆ ਵਿੱਚ ਸਾਕੀ ਸ਼ਹਿਰ ਦੇ ਨੇੜੇ ਇੱਕ ਫੌਜੀ ਹਵਾਈ ਅੱਡੇ ਤੇ ਇੱਕ ਸੰਯੁਕਤ ਹਮਲਾ ਕੀਤਾ ਹੈ। ਖੁਫੀਆ ਸੂਤਰ ਨੇ ਰੋਇਟਰਸ ਨੂੰ ਦੱਸਿਆ ਕਿ ਹਮਲੇ ਨੇ ਬੇਸ ਦੇ ਉਪਕਰਨਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਸੀ ਅਤੇ ਫਿਲਹਾਲ ਰੂਸ ਨੇ ਰਿਪੋਰਟਾਂ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੂਸੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਕ੍ਰੀਮੀਆ ਅਤੇ ਕਾਲੇ ਸਾਗਰ ਉੱਤੇ 19 ਯੂਕਰੇਨੀ ਡਰੋਨਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਜਾਨੀ ਜਾਂ ਹੋਰ ਨੁਕਸਾਨ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਗਏ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਆਮ ਚੋਣਾਂ ਜਨਵਰੀ 2024 ਦੇ ਆਖਰੀ ਹਫ਼ਤੇ ਵਿੱਚ ਹੋਣਗੀਆਂ। ਇੱਕ ਬਿਆਨ ਵਿੱਚ ਚੋਣਕਾਰ ਸੰਸਥਾ ਨੇ ਕਿਹਾ ਕਿ ਹਲਕਿਆਂ ਦੀ ਹੱਦਬੰਦੀ ਦੇ ਕੰਮ ਦੀ ਸਮੀਖਿਆ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹਲਕਿਆਂ ਦੀ ਹੱਦਬੰਦੀ ਲਈ ਮੁੱਢਲੀ ਸੂਚੀ 27 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਹ ਕਿਹਾ ਗਿਆ ਹੈ ਕਿ ਸੂਚੀ ਸੰਬੰਧੀ ਇਤਰਾਜ਼ਾਂ ਅਤੇ ਸੁਝਾਵਾਂ ਨੂੰ ਸੁਣਨ ਤੋਂ ਬਾਅਦ 3 ਨਵੰਬਰ ਨੂੰ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਡੋਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਆਪਣੇ ਬਿਆਨ 'ਚ ਕਿਹਾ ਕਿ 54 ਦਿਨਾਂ ਦਾ ਚੋਣ ਪ੍ਰਚਾਰ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਜਨਵਰੀ ਦੇ ਆਖਰੀ ਹਫ਼ਤੇ 'ਚ ਚੋਣਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇੱਕ ਦਿਨ ਪਹਿਲਾਂ ECP ਨੇ ਐਲਾਨ ਕੀਤਾ ਸੀ ਕਿ ਉਸਨੇ ਆਮ ਚੋਣਾਂ ਲਈ ਚੋਣ ਜ਼ਾਬਤੇ ਤੇ ਚਰਚਾ ਕਰਨ ਲਈ ਅਗਲੇ ਮਹੀਨੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਤੈਅ ਕੀਤੀ ਹੈ। ECP ਦੇ ਅਨੁਸਾਰ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਚੋਣ ਜ਼ਾਬਤੇ ਦਾ ਖਰੜਾ ਸਿਆਸੀ ਪਾਰਟੀਆਂ ਨਾਲ ਉਹਨਾਂ ਦੀ ਫੀਡਬੈਕ ਲਈ ਸਾਂਝਾ ਕੀਤਾ ਗਿਆ ਸੀ। ਡਰਾਫਟ ਕੋਡ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਪਾਰਟੀਆਂ, ਚੋਣ ਲੜ ਰਹੇ ਉਮੀਦਵਾਰ ਅਤੇ ਚੋਣ ਏਜੰਟ ਪਾਕਿਸਤਾਨ ਦੀ ਕਿਸੇ ਵੀ ਰਾਏ ਜਾਂ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਕਰਨਗੇ ਜਾਂ ਕਿਸੇ ਵੀ ਤਰੀਕੇ ਨਾਲ ਪਾਕਿਸਤਾਨ ਦੀ ਪ੍ਰਭੂਸੱਤਾ, ਅਖੰਡਤਾ ਜਾਂ ਸੁਰੱਖਿਆ ਜਾਂ ਨੈਤਿਕਤਾ ਦਾ ਜਨਤਕ ਪੱਖਪਾਤ ਨਹੀਂ ਕਰਨਗੇ। ECP ਨੇ 2023 ਦੀ ਡਿਜੀਟਲ ਜਨਗਣਨਾ ਦੀ ਨੋਟੀਫਿਕੇਸ਼ਨ ਤੋਂ ਬਾਅਦ ਹਲਕਿਆਂ ਦੀ ਨਵੀਂ ਹੱਦਬੰਦੀ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਚੋਣਾਂ ਨੂੰ ਰੱਦ ਕਰ ਦਿੱਤਾ ਹੈ। ਧਿਆਨਯੋਗ ਹੈ ਕਿ ਰਾਸ਼ਟਰਪਤੀ ਅਲਵੀ ਨੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਨੂੰ ਆਮ ਚੋਣਾਂ ਲਈ ਉਚਿਤ ਮਿਤੀ ਤੈਅ ਕਰਨ ਲਈ ਪਿਛਲੇ ਮਹੀਨੇ ਮੀਟਿੰਗ ਲਈ ਸੱਦਾ ਦਿੱਤਾ ਸੀ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।